ਸਾਰੀਆਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਰਾਜਵੀਰ ਸਿੰਘ ਹੋਰਾ। ਤੁਸੀਂ ਵੇਖ ਰਹੇ ਹੋ ਤੇੜੀ ਬਾਤ ਨਿਊਜ਼। ਅਸੀਂ ਸੱਚ ਵਿਖਾਉਂਦੇ ਹਾਂ, ਡੰਕੇ ਦੀ ਚੋਟ ਤੋਂ ਵਿਖਾਉਂਦੇ ਹਾਂ। ਅਸੀਂ ਵੇਖੋ ਪੱਤਰਕਾਰਤਾ ਕਰਨੇ ਹਾਂ। ਅੱਜ ਇਸ ਸਮੇਂ ਆਪਾਂ ਮੌਜੂਦ ਹਾਂ ਇੰਦੌਰ ਗੁਰੂ ਸਿੰਘ ਸਭਾ ਦੇ ਕਾਰਿਆਲੇ ਵਿਖੇ। ਮੁੱਖ ਚੁਣਾਵ ਅਧਿਕਾਰੀ ਦੇ ਦੁਆਰਾ ਇੱਕ ਮੀਟਿੰਗ ਬੁਲਾਈ ਗਈ ਸੀ। ਉਸ ਮੀਟਿੰਗ ਨੂੰ ਲੈ ਕਰਕੇ ਸਾਡੇ ਨਾਲ ਮੌਜੂਦ ਨੇ ਸਰਦਾਰ ਹਰਪ੍ਰੀਤ ਸਿੰਘ ਸੂਦਨ ਜੀ। ਚਰਚਾ ਕਰਨੇ ਆ ਜੀ। ਸੂਦਨ ਜੀ, ਅੱਜ ਦੀ ਮੀਟਿੰਗ ਨੂੰ ਲੈ ਕੇ ਕੀ ਕਹਿਣਾ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਸਾਹਿਬ ਜੀ ਦਾ ਹੁਕਮ ਹੋਇਆ ਸੀ ਤੇ ਸੇਵਾ ਲਾਈ ਗਈ ਹੈ ਮੁੱਖ ਚੁਣਾਵ ਅਧਿਕਾਰੀ ਦੇ ਰੂਪ ਵਿੱਚ। ਤੇ ਉਹਦੀ ਸ਼ੁਰੂਆਤ ਕਰਦੇ ਹਾਂ ਕਿਉਂਕਿ ਪਿਛਲੇ ਟਾਈਮ ਜਿਹੜੇ ਵਾਤਾਵਰਣ ਹੋਇਆ ਜਾਂ ਜੋ ਵੀ ਗੱਲਬਾਤ ਹੋਈ ਉਹਦੇ ਵਿੱਚ ਸੰਗਤਾਂ ਦੇ ਮੈਨੂੰ ਸੁਝਾਅ ਆ ਰਹੇ ਸਨ। ਕੋਈ ਫੋਨ ਲਾ ਕੇ ਦੱਸ ਰਹੇ ਸਨ, ਕਿਸੇ ਨੇ ਮੋਬਾਈਲ ਤੇ ਦੱਸਿਆ, ਕਿਸੇ ਨੇ ਆਫਿਸ ਤੇ ਫੋਨ ਲਾਇਆ, ਕਿਸੇ ਨੇ ਰੂਬਰੂ ਮਿਲ ਕੇ ਕਿਹਾ ਕਿ ਆਪਸੀ ਸਹਿਮਤੀ ਵਿਚਾਰ ਵਿਮਰਸ਼ ਕਰਕੇ ਇਹੋ ਜਿਹਾ ਕੋਈ ਰਸਤਾ ਢੂੰਡਿਆ ਜਾਏ ਕਿ ਜਿਹਦੇ ਵਿੱਚ ਨਿਰਵਾਚਨ ਨਾ ਹੋਣ, ਸਹਿਮਤੀ ਹੋਵੇ। ਤੇ ਨਾਲੇ ਹੋਰ ਦੂਜਾ ਸੁਝਾਅ ਆਇਆ ਕਿ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ, ਕਮੇਟੀ ਦੇ ਮੈਂਬਰਾਂ ਨੂੰ, ਸਾਰੇ ਗੁਰਦੁਆਰਿਆਂ ਦੇ ਪ੍ਰਧਾਨ ਸੈਕਟਰੀ, ਸਾਰੇ ਜਿਹੜੇ ਵੀ ਹਨ ਜਿਹੜੇ ਸੇਵਾ ਦੇ ਰਹੇ ਨੇ ਗੁਰੂ ਘਰ ਵਿੱਚ, ਤੇ ਹੋਰ ਗੁਰੂ ਘਰ ਦੇ ਵਿੱਚ ਸੇਵਾ ਕਰਦਿਆਂ ਸਮਾਜ ਦੇ ਹਿੱਤ ਵਿੱਚ ਜਿੰਨੇ ਵੀ ਲੋਕ ਸੋਚ ਰਹੇ ਨੇ, ਅਧਿਕਤਰ ਲੋਕਾਂ ਨੇ ਸੁਝਾਅ ਦਿੱਤੇ ਤੇ ਕੋਈ ਰਾਹ ਕੱਢਿਆ ਜਾਏ ਕਿ ਚੁਣਾਵ ਨਾ ਹੋਣ, ਕਿਉਂਕਿ ਪਿਛਲੇ ਟਾਈਮ ਤੋਂ ਜਿਹੜਾ ਵਾਤਾਵਰਣ ਬਣ ਰਿਹਾ ਉਸ ਤੋਂ ਬਚਿਆ ਜਾ ਸਕੇ। ਇਸ ਕਰਕੇ ਅਸੀਂ ਸਾਰੇ ਗੁਰਦੁਆਰੇ ਸਾਹਿਬ ਦੀ ਲੋਕਾਂ ਨੂੰ ਬੁਲਾ ਕਰਕੇ ਇੰਦੌਰ ਨਗਰ ਨਿਗਮ ਸੀਮਾ ਦੇ ਜਿੰਨੇ ਵੀ ਗੁਰੂ ਘਰ ਹਨ ਉਹਨਾਂ ਦੇ ਪ੍ਰਬੰਧਕ ਤੇ ਉਹਨਾਂ ਨੂੰ ਬੁਲਾ ਕਰਕੇ ਅੱਜ ਮੀਟਿੰਗ ਕੀਤੀ ਹੈ ਕਿ ਅਗਲੇ ਆਉਣ ਵਾਲੇ ਟਾਈਮ ਵਿੱਚ ਚੁਣਾਵ ਕਿਸ ਪ੍ਰਕਾਰ ਹੁਣ। ਮਾਨਯੋਗ ਉੱਚ ਨਿਆਲय ਦਾ ਵੀ ਜੋ ਮਾਮਲਾ ਗਿਆ, ਉੱਥੇ ਜੋ ਗੱਲ ਹੋਈ, ਰਜਿਸਟਰਾਰ ਆਫਿਸ ਵਿੱਚ ਜਿਹੜੀ ਗੱਲ ਗਈ, ਅਕਾਲ ਤਖਤ ਸਾਹਿਬ ਜੀ ਦਾ ਜਿਹੜਾ ਹੁਕਮ ਹੋਇਆ ਕਿ ਸਾਰਿਆਂ ਨਾਲ ਤਾਲਮੇਲ ਕਰਦੇ ਹਾਂ, ਸਾਰੀ ਗੁਰਦੁਆਰਿਆਂ ਨਾਲ, ਪ੍ਰਬੰਧਕਾਂ ਨਾਲ ਸਾਨੂੰ ਤਾਲਮੇਲ ਬਣਾ ਕੇ ਨਿਰਵਾਚਨ ਕਰਵਾਇਆ ਜਾਏ। ਜਿਹੜਾ ਸੁਝਾਅ ਆਇਆ ਸੀ ਉਹਦੇ ਬਾਰੇ ਅੱਜ ਬੈਠਕ ਰੱਖੀ ਸੀ ਕਿ ਅੱਗੇ ਕਿਸ ਪ੍ਰਕਾਰ ਦੀ ਕਾਰਵਾਈ ਚੱਲਣੀ ਚਾਹੀਦੀ ਹੈ। ਤੁਸੀਂ ਕਹਿ ਰਹੇ ਹੋ ਕਿ ਸਰਬਸੰਮਤੀ ਨਾਲ ਚੁਣਾव ਨਾ ਹੋਣ, ਸਰਬਸੰਮਤੀ ਨਾਲ फैसला हो जावे। ये तो बड़ी चंगी गल है और संगत भी यही चाहती है कि चुनाव ना हो करके अगर सर्वसम्मति नाल फैसला हो जावे तो ये नाल तो वधिया और कोई राह हो ही नहीं सकता। हाँ, ਇਹੋ जो सुझाव आए सन कि ਇਹ ਹੋ ਸਕਦਾ ਹੋਏ ਤੇ ਕਰਨਾ ਚਾਹੀਦਾ ਤੇ ਤੁਸੀਂ ਇਸ ਨੂੰ ਲੈ ਕੇ ਪ੍ਰਯਾਸ ਕਰ ਰਹੇ ਹੋ। ਜਿਹੜੇ ਸੁਝਾਅ ਆਏ ਉਸ ਕਰਕੇ ਅੱਜ ਮੀਟਿੰਗ ਬੁਲਾਈ ਸੀ ਜੀ। ਤੇ ਮੀਟਿੰਗ ਵਿੱਚ ਆਪ ਜੀ ਵੀ ਉਪਸਥਿਤ ਸੀ। ਆਪ ਸਾਰਿਆਂ ਨੇ ਦੇਖਿਆ ਕਿ ਜਿਹੜੇ ਲੋਕਾਂ ਨੇ ਲਿਖਿਤ ਵਿੱਚ ਵੀ ਆਪਣੇ ਸੁਝਾਅ ਦਿੱਤੇ ਨੇ ਤੇ ਕਈ ਵੀਰਾਂ ਨੇ ਆਪਣਾ ਖੜੇ ਹੋ ਕੇ ਮਾਈਕ ਤੇ ਵੀ ਕਿਹਾ ਹੈ, ਜੋ ਵਿਸ਼ੇ ਰੱਖੇ ਉਹ ਸਭ ਆਪ ਜੀ ਦੇ ਸਾਹਮਣੇ ਸਾਰੇ। ਹੁਣ ਮੇਰਾ ਸਵਾਲ ਜੋ ਹੈ ਮੇਰਾ ਸਵਾਲ ਇਹ ਹੈ ਕਿ ਅਕਾਲ ਤਖਤ ਸਾਹਿਬ ਦੇ ਦੁਆਰਾ ਆਪ ਜੀ ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਤੇ ਆਪ ਜੀ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਆਪ ਜੀ ਸਾਧਾਰਨ ਸਭਾ ਬੁਲਾ ਕੇ ਚੁਣਾਵ ਦੀ ਤਾਰੀਖ ਦੀ ਘੋਸ਼ਣਾ ਕਰਨੀ ਹੈ। ਚੁਣਾਵ ਵਰਤਮਾਨ ਸੰਵਿਧਾਨ ਦੇ ਅਨੁਸਾਰ ਹੀ ਹੋਣਗੇ। ਇਹ ਪੱਤਰ ਦੇ ਉੱਤੇ ਸਪਸ਼ਟ ਲਿਖਿਆ ਹੋਇਆ ਹੈ। ਆਪ ਜੀ ਨੂੰ ਜੋ 6 ਤਾਰੀਖ ਨੂੰ ਪੱਤਰ ਦਿੱਤਾ ਗਿਆ ਉਸ ਪੱਤਰ ਦੇ ਉੱਤੇ ਸਪਸ਼ਟ ਲਿਖਿਆ ਗਿਆ ਹੈ ਕਿ ਆਪ ਜੀ ਸਾਧਾਰਨ ਸਭਾ ਬੁਲਾ ਕਰਕੇ ਚੁਣਾਵ ਦੀ ਤਾਰੀਖ ਦੀ ਘੋਸ਼ਣਾ ਆਪ ਜੀ ਨੂੰ ਕਰਨੀ ਹੈ, ਨਾ ਕਿ ਬਾਈਲਾਜ਼ ਦੇ ਅਮੈਂਡਮੈਂਟ ਨੂੰ ਲੈ ਕੇ ਕੋਈ ਗੱਲ ਹੈ। ਹੁਣ ਅੱਜ ਜੋ ਵੇਖਣ 'ਚ ਆਇਆ ਹੈ ਕਿ ਜੋ ਅੱਜ ਚਰਚਾ ਚੱਲ ਰਹੀ ਹੈ ਬਾਈਲਾਜ਼ ਅਮੈਂਡਮੈਂਟ तो एक अकाल तख्त साहब जी ਦੇ आदेश ਦੀ ਅਵਹੇਲਨਾ ਤੇ ਦੂਜਾ ਜੋ ਹਾਈ ਕੋਰਟ ਤੋਂ ਪ੍ਰਕਰਨ ਗਿਆ ਸੀ, ਹਾਈ ਕੋਰਟ ਦਾ ਵੀ ਡਾਇਰੈਕਸ਼ਨ ਸੀ कि चुनाव मतदाता सूची कंप्लीट नहीं होया है, मतदाता सूची कंप्लीट करके और सहजधारियों के मुद्दों ने सुनने के बाद चुनाव प्रक्रिया कंप्लीट करवाई जाए। पर ये जो अमेंडमेंट की गल आ रही है, चुनाव की घोषणा हो चुकी है, चुनाव की प्रक्रिया चालू है, तो ये वैधानिक रूप नाल किवें संभव है? ਅਸੀਂ ਸਭ ਤੋਂ ਪਹਿਲਾਂ ਪਰਮ ਸੱਦੇ, ਪਰਮ ਸਤਿਕਾਰਯੋਗ ਅਕਾਲ ਤਖਤ ਸਾਹਿਬ ਦੇ ਬੜੇ ਸਤਿਕਾਰ ਸਹਿਤ ਬੇਨਤੀ ਕਰਦੇ ਹਾਂ। ਉਹਨਾਂ ਨੇ ਜੋ ਕਿਹਾ ਹੈ ਉਸੇ ਹਿਸਾਬ ਨਾਲ ਹੀ ਚੋਣਾਂ ਹੋਣਗੀਆਂ। ਨਹੀਂ, ਅਮੈਂਡਮੈਂਟ ਦਾ ਤਾਂ ਕਹਿਆ ਹੀ ਨਹੀਂ ਨਾ, ਔਰ ਇੱਥੇ ਹੁਣ ਅਮੈਂਡਮੈਂਟ ਦੀ ਚਰਚਾ ਹੋ ਰਹੀ ਹੈ। ਜਿਹੜੇ ਅਸੀਂ ਲੋਕਾਂ ਨੂੰ ਅੱਜ ਸੱਦਿਆ ਸੀ ਉਹਨਾਂ ਦੇ ਮੈਨੂੰ ਸੁਝਾਅ ਆ ਰਹੇ ਸਨ ਕਿ ਬਈ ਅਲੱਗ-ਅਲੱਗ ਤਰੀਕੇ ਦੇ ਸੁਝਾਅ, ਤੇ ਮੈਂ ਕਿਹਾ ਬੈਠ ਕੇ ਗੱਲਬਾਤ ਹੋ ਜਾਏ। ਲੋਕਾਂ ਦੇ ਸੁਝਾਅ ਆਏ ਨੇ ਤੇ ਉਹਨਾਂ ਨੇ ਸੁਝਾਅ ਦਿੱਤੇ ਨੇ, ਅਸੀਂ ਅਮੈਂਡਮੈਂਟ ਵਾਸਤੇ ਬੈਠਕ ਨਹੀਂ ਕੀਤੀ। ਦੂਜਾ ਪ੍ਰਸ਼ਨ ਮੇਰਾ ਹੈ ਕਿ ਇੰਦੌਰ ਹਾਈ ਕੋਰਟ ਨੇ जो जजमेंट दिता 7 तारीख के प्रकरण को लेकर 8 तारीख को जो जजमेंट दिता है, उन्होंने स्पष्ट निर्देश दिता है कि सहजधारी के मुद्दे को रजिस्ट्रार को सुनना है तो सूची कंप्लीट करवा के प्रक्रिया पूरी करवानी है।
ਉਹਦੇ ਇੰਤੂ ਕਿੰਤੂ ਪਰੰਤੂ ਅਗਰ ਕੋਈ ਕਾਰਜ ਅਗਰ ਕੀਤਾ ਜਾ ਰਿਹਾ ਹੈ ਜਾਂ ਰਜਿਸਟਰਾਰ ਦੇ ਦੁਆਰਾ ਕੀਤਾ ਜਾਵੇ ਜਾਂ ਗੁਰੂ ਸਿੰਘ ਸਭਾ ਦੇ ਦੁਆਰਾ ਕੀਤਾ ਜਾਵੇ, ਉਹ ਮਾਨਯ ਹਾਈ ਕੋਰਟ ਦੀ ਅਮਾਨਨਾ ਨਹੀਂ ਹੋਵੇਗੀ ਕੀ? ਮਾਨਯ ਉੱਚ ਨਿਆਂਲੈ ਦਾ ਸਨਮਾਨ ਕਰਦਿਆਂ ਹੋਇਆਂ, ਸਤਿਕਾਰ ਕਰਦਿਆਂ ਹੋਇਆਂ ਜੋ ਆਦੇਸ਼ ਸਾਨੂੰ ਦਿੱਤਾ ਗਿਆ ਹੈ, ਸਾਡੇ ਵਕੀਲਾਂ ਨਾਲ ਸਾਡੇ ਵਿਚਾਰ ਚੱਲ ਰਹੇ ਨੇ, ਤਾਂ ਰਜਿਸਟਰਾਰ ਫਰਮ ਰਜਿਸਟਰਾਰ ਵੱਲੋਂ ਜੋ ਸਾਨੂੰ ਕਿਹਾ ਗਿਆ ਹੈ, ਵਕੀਲਾਂ ਨਾਲ ਵਿਚਾਰ ਵਿਮਰਸ਼ ਕਰਕੇ ਤੇ ਜਿਹੜਾ ਵੀ ਅੱਗੇ ਪ੍ਰੋਸੀਜਰ ਹੋਏਗਾ ਉਹ ਅਸੀਂ ਕਰਾਂਗੇ। ਆਪ ਜੀ ਨੂੰ ਦੱਸਣਾ ਚਾਹਾਂਗਾ ਮੈਂ ਕਿ ਇੰਦੌਰ ਗੁਰੂ ਸਿੰਘ ਸਭਾ ਦੇ ਦੁਆਰਾ 1 ਅਕਤੂਬਰ ਨੂੰ ਸਾਧਾਰਨ ਸਭਾ ਬੁਲਾਈ ਗਈ ਸੀ। ਉਸ ਸਾਧਾਰਨ ਸਭਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਦੁਆਰਾ ਇਹ ਕਹਿੰਦੇ ਹੋਏ ਖਾਰਿਜ ਕਰ ਦਿੱਤਾ ਗਿਆ ਸੀ ਕਿ ਆਪ ਜੀ ਨੂੰ ਸਾਧਾਰਨ ਸਭਾ ਬੁਲਾਉਣ ਦੀ ਪਾत्रता नहीं है। फिर ये जो साधारण सभा जो बुलाई गई है, पेपर के अंदर जो नोटिफिकेशन है इंदौर गुरु सिंह सभा वालों बुलाई गई है, ये भी अकाल तख्त साहब जी के आदेश की अवहेलना नहीं है। मेरी जानकारी जो है जो कुछ है नहीं कि अकाल तख्त साहब ने आदेश किया है कि साधारण सभा ना बुलाई जाए। अगर आदेश है तो आदेश का पालन होगा। नहीं, आप जी कह रहे हो कि आप जी ने इस आदेश की 1 अक्टूबर 2023 की साधारण सभा जो इंदौर गुरु सिंह सभा ने बुलाई सी वो रद्द किया गया सी, इस गल की आप जी तो जानकारी नहीं है। तो लेटर सिंह सभा ਨੂੰ ਗਿਆ ਹੈ, ਉਹਦੀ ਜਾਣਕਾਰੀ ਮੈਨੂੰ ਕਿਸ ਤਰ੍ਹਾਂ ਹੋਗੀ? ਇਹ ਤੇ ਸਿੱਧੀ ਜੀ ਸਾਧਾਰਨ ਜੀ ਗੱਲ ਹੈ। ਸਿੰਘ ਸਭਾ ਨੂੰ ਨੋਟਿਸ ਕਰਕੇ ਲੈਟਰ ਭੇਜਿਆ ਗਿਆ ਹੈ। ਮੈਂ ਨਾ ਸਿੰਘ ਸਭਾ ਦਾ ਪ੍ਰਧਾਨ ਨਾ ਸੈਕਟਰੀ ਹਾਂ, ਨਾ ਉੱਥੇ ਦੀ ਕਾਰਜਕਾਰਨੀ ਦਾ, ਤੇ ਮੈਨੂੰ ਕਿਸ ਤਰ੍ਹਾਂ ਪਤਾ ਹੋਏਗਾ? ਤੁਸੀਂ ਦੱਸੋ। आप जी ने ये तो पता है ना, जो पत्र आप जी को दिता गया उसके अनुसार आप जी ने साधारण सभा बुलानी है, तो गुरु सिंह सभा ने फिर क्यों साधारण सभा बुला ली थी? ਇਹ ਸਵਾਲ ਤੁਸੀਂ ਸਿੰਘ ਸਭਾ ਨੂੰ ਕਰੋਗੇ ਤਾਂ ਅੱਛਾ ਜਵਾਬ ਆ ਜਾਏਗਾ। नहीं, तुसी ये जो पत्र ਤੁਹਾਨੂੰ ਮਿਲਿਆ ਹੈ ਉਹਦੇ ਚ ਸਪਸ਼ਟ ਲਿਖਿਆ ਹੋਇਆ ਹੈ ਕਿ ਮੁੱਖ ਚੁਣਾਵ ਅਧਿਕਾਰੀ ਸਾਧਾਰਨ ਸਭਾ ਬੁਲਾਣਗੇ, ਚੁਣਾਵ ਦੀ ਡੇਟ ਦੀ ਘੋਸ਼ਣਾ ਕਰਨਗੇ ਤੇ ਆਪ ਜੀ ਨੂੰ 2 ਸਹਿਯੋਗੀ ਨਿਯੁਕਤ ਕਰਨਾ ਹੈ। ਇੰਨਾ ਹੀ ਆਦੇਸ਼ ਹੈ ਅਕਾਲ ਤਖਤ ਦੇ ਜਥੇਦਾਰ ਜੀ ਦਾ। ਉਹਦੇ ਹਿਸਾਬ ਨਾਲ ਚੁਣਾਵ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। हाई कोर्ट के हिसाब नाल भी करीब करीब चुनाव की प्रक्रिया पूरी हो चुकी है, नामांकन भी हो चुका है। वो नामांकन फार्म की रद्द किए जाएंगे कि उनकी नवे सिरे नाल नामांकन होंगे? चुनाव की प्रक्रिया संपन्न हो गई होंदी तो नवा चुनाव अधिकारी बनाने की लोड़ ही नहीं सी। ये सिंपल जी गल है। होर जो गल तुसी कह रहे हो कि जो फार्म भर गए हैं या जो वोटर लिस्ट हो गई है, तो असी अकाल तख्त साहब का हुक्म मानते होया माननीय उच्च न्यायालय के नाल माननीय रजिस्ट्रार ऑफिस का हुक्म मानते हैं, उन्होंने नाल तालमेल बिठा के वकीलों नाल गल करके जो भी कानून सम्मत होएगा वो असी करांगे। जो फार्म भरे ने चुनाव लड़ने वाले बंदियां ने कि उन्होंने फार्म निरस्त करोगे, नवी प्रक्रिया करोगे? अगर वो अगर तुसी निरस्त कर दो कोई फिर कोर्ट चला जाएगा कि हाई कोर्ट ने तो रद्द किया नहीं सी, और तुसी अगर कर दो तो फिर वो वैधानिक स्थिति फिर उत्पन्न हो जाएगी। मैं वही गल की, असी वकीलों नाल मिल के प्रशासनिक अधिकारी होए, माननीय कलैक्टर महोदय है, सारे नाल मिल करके और जो वकील सानू सुझाव देणगे ਉਹਦੇ ਹਿਸਾਬ ਨਾਲ ਕਾਨੂੰਨ ਜਿਹੜਾ ਵੀ ਹੈ ਨਾਲੇ ਸਤਿਕਾਰਯੋਗ ਅਕਾਲ ਤਖਤ ਸਾਹਿਬ ਦਾ सम्मान ਕਰਦੇ ਹਾਂ, ਜੋ ਉਚਿਤ ਹੈਗਾ ਉਹ ਅਸੀਂ ਕਰਾਂਗੇ। मेरा भी यही आप जी के सुझाव है कि सर्वसम्मति नाल अगर फैसला होवे और प्रधान चुनिया जाए तो वो सब नाल चंगा है। तुसी प्रयास करो, असी भी प्रयास करांगे। ये सन साडे नाल सरदार हरप्रीत सिंह सुधन मुख्य चुनाव अधिकारी। कुछ कड़वे सवाल भी असी पूछे, हाँ मेरे वीर ने बड़े सरलता नाल जवाब दिता है। वाहिगुरू जी का खालसा, वाहिगुरू जी की फतेह।